ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਬੋਧ ਸਰੂਪ ਦਾ ਜਾਗਣੇ ਤੇ ਢੱਠਾ ਭਰਮ ਦਾ ਬੁਰਜ ਦੜਾਕ ਦੇ ਕੇ। ਬੇਬੋਧ ਸਰੂਪ ਦਾ ਜਾਗਣੇ ਤੇ ਢੱਠਾ ਭਰਮ ਦਾ ਬੁਰਜ ਦੜਾਕ ਦੇ ਕੇ। ਕਰਮ ਸੰਸਿਆਂ ਦੀ ਗੰਢ ਰੜਕਦੀ ਸੀ, ਗਿਆਨ ਨਾਲ ਦੀ ਨਾਲ ਧੜਾਕ ਦੇ ਕੇ। ਪੰਜ ਕੋਸ਼ ਦਾ ਪਿੰਜਰਾ ਭੰਨ ਦਿੰਦੇ, ਗੋਲੇ ਗਿਆਨ ਦੇ ਪੈਣ ਗੜਗਾਟ ਦੇ ਕੇ। ਪੰਜ ਕੋਸ਼ ਦਾ ਪਿੰਜਰਾ ਭੰਨ ਦਿੰਦੇ, ਗੋਲੇ ਗਿਆਨ ਦੇ ਪੈਣ ਗੜਗਾਟ ਦੇ ਕੇ। ਘਣਾ ਆਨੰਦ ਘਨਘੋਰ ਜਿਉਂ ਬੱਦਲਾਂ ਦੀ, ਘਣਾ ਆਨੰਦ ਘਨਘੋਰ ਜਿਉਂ ਬੱਦਲਾਂ ਦੀ। ਤਾਰ ਬਿਜਲੀ ਦੀ ਤੜਕਾਟ ਦੇ ਕੇ। ਘਣਾ ਆਨੰਦ ਘਨਘੋਰ ਜਿਉਂ ਬੱਦਲਾਂ ਦੀ, ਤਾਰ ਬਿਜਲੀ ਦੀ ਤੜਕਾਟ ਦੇ ਕੇ। ਪਿਆਰੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸ਼ਲੋਕ ਹੈ, ਇਹ ਵੇਦਾਂਤ ਦਾ ਸ਼ਲੋਕ ਹੈ। ਘਣਾ ਆਨੰਦ ਇੱਕ ਉਦਾਸੀ ਸੰਤ ਹੋਏ ਹਨ, ਜਿਨ੍ਹਾਂ ਦੀ ਰਚਨਾ ਹੈ। ਉਹ ਵੇਦਾਂਤ ਨੂੰ ਕਥਨ ਕਰਦੇ ਹਨ। ਵੇਦਾਂਤ ਵਿਦਿਆ ਕਿਹੜੀ ਵਿਦਿਆ ਹੈ? ਜਿਹੜੀ ਕਠਿਨ ਵਿਦਿਆ ਹੈ। ਗਾਵੇ ਕੋ ਵਿਦਿਆ ਬਿਖਮ ਵਿਚਾਰ, ਜੋ ਗੁਰਬਾਣੀ ਦਾ ਫਰਮਾਨ ਹੈ। ਕੌਣ ਗਾਉਂਦਾ ਹੈ? ਜਿਹੜੀ ਵਿਦਿਆ ਬਿਖਮ ਨੂੰ ਜਾਣਨ ਵਾਲੇ ਲੋਕ ਹਨ। ਭਾਵ ਵੇਦਾਂਤ ਵਿਦਿਆ, ਬਿਖਮ ਵਿਦਿਆ, ਔਖੀ ਵਿਦਿਆ। ਵੇਦਾਂਤਵਾਦੀ ਲੋਕ ਵੇਦਾਂਤ ਦੇ ਗ੍ਰੰਥ ਉਹਨਾਂ ਸਿਖਿਆਰਥੀਆਂ ਨੂੰ ਪੜ੍ਹਾਉਂਦੇ ਹਨ ਜਿਨ੍ਹਾਂ ਦੀ ਬੁੱਧੀ ਤੀਕਸ਼ਣ ਹੈ, ਤੇਜ਼ ਹੈ। ਔਰ ਇਸ ਤਰ੍ਹਾਂ ਦੀ ਤੇਲੀਆ ਬੁੱਧੀ ਹੈ। ਤੇਲੀਆ ਬੁੱਧੀ ਉਸ ਨੂੰ ਆਖਦੇ ਹਨ ਕਿ ਜਿਸ ਤਰ੍ਹਾਂ ਕੜਾਹਾ ਪਾਣੀ ਦਾ ਭਰਿਆ ਹੋਇਆ ਹੋਵੇ, ਇੱਕ ਤੇਲ ਦਾ ਕਿਣਕਾ ਉਸ ਕੜਾਹੇ ਦੇ, ਪਾਣੀ ਵਾਲੇ ਕੜਾਹੇ ਦੇ ਵਿੱਚ ਪਾ ਦਿੱਤਾ ਜਾਵੇ, ਤਾਂ ਉਹ ਪਾਣੀ ਦੇ ਉੱਤੇ ਉਹ ਬੂੰਦ ਇਸ ਤਰ੍ਹਾਂ ਫੈਲ ਜਾਂਦੀ ਹੈ ਜਿਸ ਤਰ੍ਹਾਂ ਉਸ ਨੂੰ ਢੱਕਣ ਦਿੱਤਾ ਹੋਇਆ ਹੋਵੇ। ਭਾਵ ਪਾਣੀ ਦੇ ਉੱਤੇ ਇੱਕ ਪਤਲੀ ਲੇਅਰ ਬਣ ਕੇ ਫੈਲ ਜਾਂਦੀ ਹੈ ਅਤੇ ਸਾਰੇ ਪਾਣੀ ਦੇ ਉੱਤੇ ਉਸ ਦਾ ਕੌਤਕ ਦਿਸਦਾ ਹੈ। ਇਸ ਤਰ੍ਹਾਂ ਦੀ ਜੋ ਬੁੱਧੀ ਹੈ, ਉਸ ਨੂੰ ਤੇਲੀਆ ਬੁੱਧੀ ਆਖਦੇ ਹਨ। ਇਹ ਵੇਦਾਂਤ ਇੱਕ ਸੂਖਸ਼ਮ ਚੀਜ਼ ਹੈ। ਬੇਬੋਧ ਸਰੂਪ ਦਾ ਜਾਗਣੇ ਤੇ ਢੱਠਾ ਭਰਮ ਦਾ ਬੁਰਜ ਦੜਾਕ ਦੇ ਕੇ। ਜਦੋਂ ਗਿਆਨ ਦੀ ਵਰਖਾ ਹੁੰਦੀ ਹੈ, ਗਿਆਨ ਦੇ ਗੋਲੇ ਗੜਕਦੇ ਹਨ, ਜਿਸ ਤਰ੍ਹਾਂ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ, ਇਸ ਤਰ੍ਹਾਂ ਜੋ ਗਿਆਨ ਦੀ ਰੋਸ਼ਨੀ ਹੈ ਉਹ ਪ੍ਰਗਟ ਹੁੰਦੀ ਹੈ। ਆਖਦੇ ਹਨ ਕਿ ਜਦੋਂ ਗਿਆਨ ਹੁੰਦਾ ਹੈ ਤੇ 100 ਸੂਰਜਾਂ ਦਾ ਜਾਂ 1000 ਸੂਰਜਾਂ ਦਾ ਪ੍ਰਕਾਸ਼ ਇੱਕ ਵਾਰ ਹੋ ਜਾਵੇ ਤੇ ਉਸ ਦੇ ਸਾਹਮਣੇ ਉਹ ਫਿੱਕਾ ਹੀ ਲੱਗਦਾ ਹੈ। ਜਿਹੜੇ ਗਿਆਨਮਈ ਲੋਕ ਗਿਆਨ ਦੇ ਵਿੱਚ ਜਾਗਰਤ ਹੋ ਚੁੱਕੇ ਹਨ, ਉਹਨਾਂ ਨੂੰ ਫਿਰ ਇਹ ਸੰਸਾਰ ਅੰਧੇਰਾ ਪ੍ਰਤੀਤ ਹੁੰਦਾ ਹੈ। ਦੂਸਰੇ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਵਿਸ਼ਵ ਹਰ ਕਾ ਰੂਪ ਹੈ। ਹਰ ਰੂਪ ਨਜ਼ਰੀ ਆਇਆ ਤੇ ਇਹ ਹਰੀ ਦਾ ਰੂਪ ਪ੍ਰਤੀਤ ਹੁੰਦਾ ਹੈ। ਬੇਬੋਧ ਸਰੂਪ ਦਾ ਜਾਗਣੇ ਤੇ ਜਦੋਂ ਬੋਧ ਦਾ ਗਿਆਨ ਹੋਇਆ, ਬੋਧ ਹੋਇਆ ਉਸ ਪਰਮੇਸ਼ਰ ਦੇ ਨਾਮ ਦਾ, ਢੱਠਾ ਗਿਆਨ ਦਾ ਬੁਰਜ ਦੜਾਕ ਦੇ ਕੇ। ਜਿਹੜਾ ਗਿਆਨ ਚਾਨਣਮਈ ਗਿਆਨ, ਪ੍ਰਕਾਸ਼ਮਈ ਗਿਆਨ, ਜਿਸ ਦੇ ਵਿੱਚ ਲੇਸ਼ ਮਾਤਰ ਵੀ ਮਾਇਆ ਦਾ ਲੇਸ਼ ਨਹੀਂ ਹੈ, ਜਦੋਂ ਐਸਾ ਗਿਆਨ ਗੜਕਿਆ, ਢੱਠਾ ਭਰਮ ਦਾ ਬੁਰਜ ਦੜਾਕ ਦੇ ਕੇ। ਇਹ ਜੋ ਭਰਮ ਰੂਪ ਸੰਸਾਰ ਸੀ, ਇਹ ਬੁਰਜ ਖੜਾ ਸੀ, ਇਹ ਢੱਠ ਗਿਆ।
ਗਿਆਨ ਸੰਸਿਆਂ ਦੀ ਗੰਢ ਰੜਕਦੀ ਜੇ। ਜਦੋਂ ਗਿਆਨ ਹੋਇਆ ਤੇ ਸੰਸਿਆਂ ਦੀ ਗੰਢ ਜਿਹੜੀ ਰੜਕਦੀ ਸੀ ਉਹ ਖੁੱਲ੍ਹ ਗਈ। ਗਿਆਨ ਅਗਿਆਨ ਨੂੰ ਵਿਨਾਸ਼ ਕਰਨੇ ਵਾਲਾ ਹੈ। ਇਹ ਗਿਆਨ ਦੀ ਵਾਰਤਾ ਪਿਛਲੇ ਕਈ ਐਪੀਸੋਡਾਂ ਦੇ ਵਿੱਚ ਆਈ ਹੈ। ਕੁਛ ਸੰਗਤ ਆਖਦੀ ਹੋਵੇਗੀ ਕਿ ਵਾਰ-ਵਾਰ ਇਸ ਗਿਆਨ ਦਾ ਜ਼ਿਕਰ ਕਿਉਂ ਕੀਤਾ ਜਾਂਦਾ ਹੈ, ਪਰ ਇਹ ਗਿਆਨ 100 ਹੱਥ ਰੱਸਾ ਤੇ ਸਿਰੇ ਤੇ ਗੰਢ ਹੈ। ਪਹਿਲਾਂ ਵਿਵੇਕ ਪੈਦਾ ਹੁੰਦਾ ਹੈ, ਵਿਵੇਕ ਤੋਂ ਬਾਅਦ ਬੈਰਾਗ ਪੈਦਾ ਹੁੰਦਾ ਹੈ, ਬੈਰਾਗ ਤੋਂ ਬਾਅਦ ਭਗਤੀ ਪੈਦਾ ਹੁੰਦੀ ਹੈ, ਭਗਤੀ ਤੋਂ ਬਾਅਦ ਗਿਆਨ ਪੈਦਾ ਹੁੰਦਾ ਹੈ। ਜਿਹੜਾ ਗਿਆਨ ਹੈ ਭਗਤੀ ਦਾ ਪੁੱਤਰ ਹੈ। ਜਿੱਥੇ ਭਗਤੀ ਨਹੀਂ ਉੱਥੇ ਗਿਆਨ ਨਹੀਂ। ਜਦੋਂ ਭਗਤੀ ਦਾ ਰੰਗ ਅਤੀ ਗੂੜਾ ਹੋ ਜਾਵੇ ਤਾਂ ਫਿਰ ਗਿਆਨ ਦੀ ਜਾਗਰਤੀ ਹੁੰਦੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖਾਂ ਤਦ ਤੂੰ। ਇਹ ਭਗਤੀ ਕਿਹੜੀ ਚੀਜ਼ ਹੈ ਕਿ ਤੂੰ ਮੇਰਾ ਗੁਰੂ ਹਾਂ, ਮੈਂ ਤੇਰਾ ਦਾਸ ਹਾਂ। ਨਵਦਾ ਭਗਤੀ ਹੈ, 9 ਪ੍ਰਕਾਰ ਦੀ ਭਗਤੀ ਹੈ। ਕਿਤੇ ਗੁਰੂ ਸ਼ਿਸ਼ ਦਾ ਮਿਲਾਪ ਹੈ, ਕਿਤੇ ਭਗਵਾਨ ਭਗਤ ਦਾ ਮਿਲਾਪ ਹੈ, ਕਿਤੇ ਸਖਾ ਸਖਾ ਦਾ ਮਿਲਾਪ ਹੈ, ਕਿਤੇ ਪਤਨੀ ਤੇ ਪਤੀ ਦਾ ਮਿਲਾਪ ਹੈ। ਔਰ ਜੋ ਗਿਆਨ ਹੈ ਇਹ ਭਗਤੀ ਤੋਂ ਬਾਅਦ ਪਰਮੇਸ਼ਰ ਦਾ ਰੂਪ ਬਣ ਜਾਂਦਾ ਹੈ। ਗਿਆਨ ਕੀ ਆਖਦਾ ਹੈ? ਮੈਂ ਸ਼ੁੱਧ ਹੂੰ, ਮੈਂ ਬੁੱਧ ਹੂੰ, ਗਿਆਨ ਅਗਨੀ ਐਸੀ ਲੈ ਜਲਾ, ਮਤ ਤਾਪ ਮਤ ਸੰਤਾ ਕਰ, अज्ञान बन को दे जला। ज्यों सर्प रसी माहे तिसमें भासता ब्रह्मंड पर, सो बोध सुख तू आप है, हो जा अजर हो जा अमर। अभिमान रखता मुक्ति का, सो धीर निश्चय मुक्त है, अभिमान करता बंध का, सो मूढ़ बंधन जुक्त है। जैसी मति वैसी गति, लो कौतक जे सच मान कर, पापबंध से निर्मुक्त हो जा अजर हो जा अमर। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗਿਆਨਮਈ, ਵੇਦਾਂਤਮਈ ਕੁਛ ਐਸੇ ਲਫ਼ਜ਼ ਆਉਂਦੇ ਹਨ ਕਿ ਜਿਹੜਾ ਆਤਮਾ ਔਰ ਪਰਮਾਤਮਾ ਦਾ ਸੁਮੇਲ ਕਰਾਉਂਦੇ ਹਨ ਤੇ ਮਨੁੱਖ ਦੇ ਮਨ ਦੇ ਵਿੱਚ ਵਸ ਕੇ ਉਸ ਨੂੰ ਪਰਮਾਤਮਾ ਨਾਲ ਜੋੜਦੇ ਹਨ। ਬਾਣੀ ਦਾ ਸ਼ਲੋਕ ਹੈ, ਆਤਮ ਰਾਮ, ਰਾਮ ਹੈ ਆਤਮ। ਜਿਹੜਾ ਆਤਮਾ ਹੈ ਉਹੀ ਰਾਮ ਹੈ, ਜੋ ਰਾਮ ਹੈ ਉਹੀ ਆਤਮਾ ਹੈ। ਇਹ ਦੋਨਾਂ ਦਾ ਸੁਮੇਲ, ਜਿਸ ਤਰ੍ਹਾਂ ਪਾਣੀ ਆਖਦੀ ਹੈ, ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਫਿਰ ਸਤ ਜਗੰਤਾ। ਇੱਕ ਸੇਜ ਦੇ ਉੱਤੇ ਜੀਵ ਆਤਮਾ ਔਰ ਪਰਮਾਤਮਾ ਲੇਟੇ ਹੋਏ ਹਨ। ਉਹਨਾਂ ਦੇ ਵਿੱਚ ਸਿਰਫ ਇੱਕ ਅਗਿਆਨ ਦਾ ਪਰਦਾ ਹੈ, ਜਿਸ ਕਰਕੇ ਜੀਵ ਆਤਮਾ ਪਰਮਾਤਮਾ ਨੂੰ ਮਿਲ ਨਹੀਂ ਸਕਦੀ। ਬਾਣੀ ਦਾ ਫਰਮਾਨ ਹੈ, ਭਾਂਬੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਜਿਹੜੀਆਂ ਬਰਸਾਤ ਦੇ ਵਿੱਚ ਭੰਬੀਰੀਆਂ ਉੱਡਦੀਆਂ ਹਨ, ਉਹਨਾਂ ਦੇ ਪੰਖ ਜਿਹੜੇ ਟਰਾਂਸਪੇਰੈਂਟ ਹੁੰਦੇ ਹਨ, ਪਾਰਦਰਸ਼ੀ ਹੁੰਦੇ ਹਨ, ਦੂਸਰੇ ਪਾਸੇ ਦੇਖਿਆ ਜਾ ਸਕਦਾ ਹੈ, ਪਰ ਉਹ ਜੋ ਪੰਖ ਹੈ ਬੜਾ ਬਰੀਕ ਔਰ ਜਾਲੀਦਾਰ ਹੁੰਦਾ ਹੈ। ਪਰ ਉਨਾ ਪਰਦਾ ਇਸ ਜੀਵ ਆਤਮਾ ਔਰ ਪਰਮਾਤਮਾ ਦੇ ਵਿੱਚ ਪਰਮਾਤਮਾ ਨੇ ਰੱਖਿਆ ਹੋਇਆ ਹੈ। ਜਦੋਂ ਗੁਰੂ ਗਿਆਨ ਬਖਸ਼ਦਾ ਹੈ ਤੇ ਪਰਮਾਤਮਾ ਨਾਲ ਜੀਵ ਆਤਮਾ ਦਾ ਮਿਲਾਪ ਹੋ ਜਾਂਦਾ ਹੈ। ਬੇਬੋਧ ਸਰੂਪ ਦਾ ਜਾਗਣੇ ਤੇ ਢੱਠਾ ਭਰਮ ਦਾ ਬੁਰਜ ਦੜਾਕ ਦੇ ਕੇ, ਕਰਮ ਸੰਸਿਆਂ ਦੀ ਗੰਢ ਰੜਕਦੀ ਜੇ, ਗਿਆਨ ਰਾਟ ਦੀ ਨਾਲ ਧੜਾੜ ਦੇ ਕੇ। ਪੰਜ ਕੋਸ਼ ਦਾ ਪਿੰਜਰਾ ਭੰਨ ਦਿੰਦੇ, ਗੋਲੇ ਗਿਆਨ ਦੇ ਪੈਣ ਗੜਗਾੜ ਦੇ ਕੇ। ਪੰਜ ਕੋਸ਼
अन्नमय कोश, प्राणमय कोश, विज्ञानमय कोश। ये जो कोश नाम है एक समझ लो पिंजरे का, एक अज्ञान का जिहड़ा कोठा है। ये कोश खजाने नूं भी आखदे हन, जिहड़ा कोश समुंदर नूं भी आखदे हन। जिहड़ा कोश है एक तरह का एक पिंजरा है। आनंदमय कोश, प्राणमय कोश, अन्नमय कोश, विज्ञानमय कोश। ये जिहड़े कोश हैं ये टुट जाते हैं, भज जाते हैं। अन्नमय कोश शरीर जिहड़ा साडा पंजां तत्तां दा है, अन्नमय कोश है। जो प्राणमय कोश है, जिथे जिथे हवा का वासा है, ये भी एक अज्ञान है। इस तो भी परे लै जाते हैं सतगुरु का शब्द इन्हां नूं चीरदा होया। अन्नमय कोश, प्राणमय कोश, विज्ञानमय कोश। जिहड़ा विज्ञान है ये बुद्धि का कोश है, जिथे तक बुद्धि जाती है। ये जो 5 कोश हैं इन्हां नूं ज्ञान तोड़ दिंदा है। जदों ज्ञान दे गोले वरसदे हैं, गुरु की कृपा हुंदी है। प्यारी साध संगत, जदों नित अभ्यास करिए, नित ही अपने बुद्धि चक्षुआं नूं मस्तक दे विच ठहराव करिए, तां कई बारी ऐसे हुंदा है कि जिस तरह साडी खोपड़ी दे विच गोले चलते हैं, पटाके वजदे हैं, एक अनुभव हुंदा है। जदों इस तरह होवे तो समझ लो असी ज्ञान के मार्ग ते चल रहे हाँ। ये अनुभवी लोग करते हैं। सिर दे विच उन्हां दे किते किते पटाके चलते हैं जदों अभ्यास करते हैं। वो समझ लो अज्ञान दीयां गंढां खुलदियां हैं। 5 कोश का पिंजरा भन दिंदे अन्नमय कोश, प्राणमय कोश, विज्ञानमय कोश। ये जो कोश हैं इन्हां तो पार वो परमात्मा बसदा है। सो प्यारी साध संगत, जदों ज्ञान के बदल गड़कते हैं तो फिर अंधेरा दूर हो जाता है। कोश भन दिंदे हैं। 5 कोश का पिंजरा भन दिंदे, गोले ज्ञान के पैण गड़गाड़ दे के। घना आनंद घनघोर ज्यों बदलों की तार बिजली की तरकाट दे के। जिस तरह आकाश दे विच बरसात के समय दे विच बदल गड़कते हैं तो तार इस तरह बिजली की फिरती है कि उसकी रफ्तार में कोई नाप नहीं सकता। इसी तरह ज्ञान जो प्रगट होता है वो अनुभवी मनुख, अनुभवी सखियार्थी जिग्यासू आप ही जानता है, जो सतगुरु उस पर कृपा करता है। सो प्यारी साध संगत, ज्ञान ही सब कुछ है, ज्ञान तो बगैर कुछ नहीं। जदों तक ज्ञान प्रगट नहीं होता उदों तक मोक्ष नहीं होगा, परमात्मा नाल साडा मिलाप नहीं होगा। सो कोशिश करिए कि उस अनुभव के विच हाजिर होइए जिथे ज्ञान का वासा है। वाहिगुरू जी का खालसा, वाहिगुरू जी की फतेह।